ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ। ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ। ਬਿਘਨ ਨ ਲਾਗੈ ਜਪ ਅਲਖ ਅਭੇਵ, ਧਰਤ ਪੁਨੀਤ ਭਈ ਗੁਣ ਗਾਏ। ਦੁਰਤ ਗਿਆ ਹਰ ਨਾਮ ਤੇ ਆਏ, ਰਹਾਉ ਸਭਨੀ ਥਾਈ ਰਵੇ ਆਪ। ਆਦਿ ਜੁਗਾਦ ਜਾਂ ਕਾ ਵੱਡ ਪ੍ਰਤਾਪ, ਗੁਰ ਪ੍ਰਸਾਦ ਨਾ ਹੋਏ ਸੰਤਾਪ। ਗੁਰ ਕੇ ਚਰਨ ਲਗੇ ਮਨ ਮੀਠੇ, ਨਿਰਬਿਘਨ ਹੋਏ ਸਭ ਥਾਈ ਬੂਠੇ। ਸਭ ਸੁਖ ਪਾਏ ਸਤਿਗੁਰ ਤੂਠੇ, ਪਾਰ ਬ੍ਰਹਮ ਪ੍ਰਭ ਭੈ ਰਖਵਾਲੇ। ਜਿਥੈ ਕਿਥੈ ਦਿਸਹਿ ਨਾਲੇ, ਨਾਨਕ ਦਾਸ ਖਸਮ ਪ੍ਰਤਿਪਾਲੇ। ਪਾਰ ਬ੍ਰਹਮ ਪ੍ਰਭ ਭੈ ਰਖਵਾਲੇ, ਜਿਥੈ ਕਿਥੈ ਦਿਸਹਿ ਨਾਲੇ। ਨਾਨਕ ਦਾਸ ਖਸਮ ਪ੍ਰਤਿਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦੀਆਂ ਘੜੀਆਂ ਅਸੀਂ ਪ੍ਰਾਪਤ ਕੀਤੀਆਂ ਨੇ। ਗੁਰਬਾਣੀ ਵਿਆਖਿਆਨ ਵਿੱਚ ਰਾਗ ਬਿਲਾਵਲ, ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਅਸੀਂ ਵਿਚਾਰਦੇ ਹਾਂ। ਬਚਨ ਜੋ ਆਪਨੇ ਸਰਵਨ ਕੀਤਾ ਹੈ, ਇਸ ਦੀ ਵਿਚਾਰ ਬੀਤੇ ਤੋਂ ਅਸੀਂ ਪ੍ਰਾਰੰਭ ਕੀਤੀ ਹੈ। ਕੁਝ ਹਿੱਸਾ ਸ਼ਬਦ ਦਾ ਵਿਚਾਰਿਆ ਹੈ, ਜੋ ਬਚਦਾ ਹਿੱਸਾ ਹੈ ਉਹਦੀ ਵਿਚਾਰ ਅੱਜ ਕਰਨ ਦਾ ਯਤਨ ਹੋਏਗਾ। ਰਹਾਉ ਦਾ ਪਦਾ ਹੈ, ਧਰਤ ਪੁਨੀਤ ਭਈ ਗੁਣ ਗਾਏ। ਦੁਰਤ ਗਿਆ ਹਰ ਨਾਮ ਤੇ ਆਏ, ਰਹਾਉ। ਸ਼ਬਦ ਧਰਤ ਯੂਜ਼ ਕੀਤਾ ਗਿਆ ਹੈ, ਪਰ ਗੱਲ ਹਿਰਦੇ ਦੀ ਹੈ। ਕਿਉਂਕਿ ਜਿਵੇਂ ਧਰਤੀ ਹੈ, ਇੱਕ ਬੇਸ ਹੈ, ਇੱਕ ਉਹਦਾ ਸਰਫਸ ਜਿਹੜਾ ਆ, ਇੱਕ ਤਰ੍ਹਾਂ ਦਾ ਉਹਦੇ 'ਚ ਫਸਲਾਂ ਪੈਦਾ ਹੁੰਦੀਆਂ। ਉਹ ਹਰ ਚੀਜ਼ ਨੂੰ ਆਪਣੇ ਜੋ ਹੈ ਭਾਰ ਉਹਦਾ ਚੱਲਦੀ, ਉਹਨੂੰ ਚੁੱਕਦੀ, ਉਹਦੇ ਉੱਤੇ ਹਰ ਚੀਜ਼ ਖੜੀ ਹੁੰਦੀ। ਜੋ ਕੁਝ ਵੀ ਸਾਡੇ ਜੀਵਨ ਦੇ ਵਿੱਚ ਬਣਦਾ, ਉਸਰਦਾ, ਜੋ ਕੁਝ ਵੀ ਅਸੀਂ ਜੀਵਨ ਵਿੱਚ ਕਰਨਾ ਚਾਹੁੰਦੇ, ਕਰਦੇ, ਉਸ ਸਾਰੇ ਦਾ ਬੇਸ ਸਾਡਾ ਹਿਰਦਾ ਹੈ, ਜਿਸ ਨੂੰ ਬੜੀ ਡਿਟੇਲਡ ਵੇ ਨਾਲ ਅਸੀਂ ਬਾਤ ਕੀਤੀ ਸੀ। ਜਿਹੜੀ ਸਾਡੀ ਨੀਅਤ ਆ ਹਿਰਦੇ 'ਚ, ਇਸ ਸਰਫਸ ਆ ਉਹਦਾ। ਜੇ ਬੰਦੇ ਦੀ ਬਿਰਥ ਨੀਅਤ ਜਿਹੜੀ ਹੈ ਉਹੀ ਬਦ ਹੈ, ਉਹੀ ਬੁਰੀ ਹੈ, ਉਹਦੇ ਵਿੱਚ ਹੀ ਡਰ, ਝੂਠ, ਫਰੇਬ, ਕੂੜ, ਕੁਚੱਜ, ਕੁਸੱਤ, ਕੁਮੱਤ, ਇਹ ਸਾਰਾ ਕੁਛ ਇਹ ਸਰਫਸ ਹੈ, ਅਤੇ ਡੈਫੀਨੇਟਲੀ ਉਹਦੇ 'ਚੋਂ ਜੋ ਉਸਰੇਗਾ ਉਹ ਕਿੰਨਾ ਕੁ ਵਧੀਆ ਹੋਏਗਾ। ਇਹਦੇ ਮੁਕਾਬਲਤਨ ਜੇ ਇਹ ਹਿਰਦਾ ਹੀ ਬੜਾ ਪਾਕ, ਸਾਫ਼, ਪਵਿੱਤਰ, ਸਚਿਆਰ, ਰੱਬੀ ਭੈ ਵਿੱਚ ਰਹਿਣ ਵਾਲਾ ਉਸ ਰੂਪ ਵਿੱਚ ਹੋਏਗਾ, ਡੈਫੀਨੇਟਲੀ ਉਹਦੇ ਉੱਤੇ ਜੋ ਉਸਰੇਗਾ, ਮਤਲਬ ਸਾਡਾ ਜੀਵਨ, ਸਾਡੀਆਂ ਆਦਤਾਂ, ਸਾਡੇ ਜੀਵਨ ਵਿਹਾਰ ਦੇ ਕਰਮ, ਉਹ ਸਾਰੇ ਚੰਗੇਰੇ ਹੋਣਗੇ। ਸੋ ਗੁਰੂ ਬਾਬਾ ਜਦੋਂ ਬਾਤ ਕਰਦੇ ਨੇ ਇਹਦੇ ਵਿੱਚ ਕਿ ਧਰਤ ਪੁਨੀਤ ਭਈ ਗੁਣ ਗਾਏ, ਜਦੋਂ ਪ੍ਰਭੂ ਦਾ ਗੁਣਗਾਨ ਕੀਤਾ,
ਇਹ ਧਰਤ ਪੁਨੀਤ ਹੋ ਗਈ, ਇਹਦਾ ਸਰਫਸ ਜਿਹੜਾ ਹੈਗਾ ਇਹ ਚੰਗੇਰਾ ਹੋ ਗਿਆ, ਮੇਰਾ ਹਿਰਦਾ ਘਰ ਵਧੀਆ ਹੋ ਗਿਆ, ਮੁਰਾਦ ਇਹ ਮੇਰਾ ਜੀਵਨ ਚੰਗੇਰਾ ਹੋ ਗਿਆ, ਜੀਵਨ ਦੇ ਵਿੱਚ ਕਲਿਆਣਕਾਰਤਾ ਆ ਗਈ, ਉਹਦੀ ਬਾਤ ਹੋਈ। ਨਾਲ ਸੀਗਾ ਦੁਰਤ ਗਿਆ ਹਰ ਨਾਮ ਤੇ ਆਏ। ਦੁਰਤ ਗਿਆ ਪਏ ਹੋਏ ਪੁਰਾਣੇ ਸੰਸਕਾਰਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਬੁਰਿਆਈ ਹੈ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਹੈਵਾਨੀਅਤ ਹੈ, ਉਹ ਚਲੀ ਗਈ। ਇਸ ਬਾਬਤ ਬੜੀ ਡਿਟੇਲਡ ਬਾਤ ਕੀਤੀ ਸੀ ਅਸੀਂ, ਬਟ ਜੇ ਐਗਜ਼ਾਮਪਲ ਦੇ ਤੌਰ 'ਤੇ ਗੱਲ ਕਰਨੀ ਹੋਏ ਤਾਂ ਉਹ ਹੈ ਕਿ ਐਸੇ ਸੰਸਕਾਰ ਜਿਹੜੇ ਆਪ ਮੁਹਾਰੇ ਅੰਦਰ ਬੈਠੇ ਹੋਏ ਨੇ। ਜਾਂ ਬੇਨਤੀ ਕੀਤੀ ਬੱਚੇ ਨੂੰ, ਬੱਚਾ ਚਾਹੇ ਤੇ ਉਹ ਕਿਸੇ ਚੀਜ਼ ਨੂੰ ਸਵਾਰ ਵੀ ਸਕਦਾ ਹੈ, ਪਰ ਤੋੜਨ 'ਤੇ ਜ਼ਿਆਦਾ ਜ਼ੋਰ ਲਾਉਂਦਾ। ਚਾਈਲਡਿਸ਼ ਬਿਹੇਵੀਅਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਜਾਂ ਇਨ ਬਿਨ ਜਿੱਥੇ ਕਿਤੇ ਮੌਕਾ ਬਣਦਾ, ਆਪਾਂ ਨਾਰਥ ਅਮਰੀਕਨ ਸੁਸਾਇਟੀ 'ਚ ਰਹਿ ਰਹੇ ਹਾਂ ਜਾਂ ਵੈਸਟਰਨ ਵਰਲਡ ਦੀ ਗੱਲ ਕਰ ਰਹੀਏ, ਇਹਦੇ 'ਚ ਕਿਹਾ ਗਿਆ ਕਿ ਲੋਕ ਬੜੇ ਸਿਵਲਾਈਜ਼ਡ ਨੇ, ਲਾ ਐਂਡ ਆਰਡਰ ਨੂੰ ਫੋਲੋ ਕਰਨ ਵਾਲੇ ਨੇ, ਹਰ ਚੀਜ਼ ਬੜੀ ਇੱਕ ਸਫਿਸਟੀਕੇਟਡ ਐਂਡ ਬੜੀ ਕਹਿ ਲਓ ਕਿ ਲਾ ਦੇ ਓਬੇ ਦੇ ਲੈਵਲ 'ਤੇ ਚੱਲਦੀ ਹੈ। ਪਰ ਇਹ ਸੱਚਾਈ ਹੈ, ਜਿੱਥੇ ਕਿਤੇ ਮੌਕਾ ਬਣੇ ਤੇ ਬੰਦੇ ਦੇ ਅੰਦਰ ਦਾ ਹੈਵਾਨ ਉਹ ਕਿਸੇ ਵੀ ਜਗ੍ਹਾ 'ਤੇ ਘੱਟ ਥੋੜ੍ਹਾ ਗੁਜ਼ਾਰਦਾ ਆ। ਇਹਦੀ ਐਗਜ਼ਾਮਪਲ ਸਾਡੇ ਕੋਲ ਕੁਝ ਸਮਾਂ ਪਹਿਲਾਂ ਵੈਨਕੂਵਰ ਵਿੱਚ ਹੋਏ ਰਾਈਟਸ ਤੋਂ ਲਈ ਜਾ ਸਕਦੀ ਹੈ। ਇੱਕ ਗੇਮ, ਹਾਕੀ ਦੀ ਗੇਮ ਤੋਂ ਬਾਅਦ ਉਹ ਰਿਜ਼ਲਟ ਉਹਨਾਂ ਦੇ ਜਿਹੜਾ ਹੈਗਾ ਅਕੋਰਡਿੰਗਲੀ ਨਾ ਆਇਆ ਤੇ ਜਾਂ ਉਸ ਕਿਸਮ ਦਾ ਆਇਆ, ਤੇ ਬਸ ਉਹਦੇ 'ਚ ਜੋ ਹਾਲਾਤ ਬਣੇ ਅਸੀਂ ਸਾਰੇ ਦੇਖਦੇ ਹਾਂ। ਜਾਂ ਆਪਾਂ ਰੀਸੈਂਟਲੀ ਇੰਗਲੈਂਡ ਦੇ ਵਿੱਚ ਜਿਹੜੇ ਰਾਈਟਸ ਹੋਏ ਸੀ ਉਹਨਾਂ ਬਾਰੇ ਦੇਖਿਆ ਹੈਗਾ। ਮਤਲਬ ਇਹ ਕਿ ਜਿਹੜੇ ਉਹ ਦੁਰਤ ਨੇ ਉਹ ਬੰਦੇ 'ਚ ਮੌਜੂਦ ਨੇ, ਹੈਵਾਨ ਬੈਠਾ ਆ, ਬਸ ਉਸਨੂੰ ਮੌਕਾ ਮਿਲਣਾ ਚਾਹੀਦਾ, ਉਸਨੂੰ ਹਵਾ ਦੇਣ ਦੀ ਲੋੜ ਆ, ਉਸੇ ਵਕਤ ਉਹ ਸੰਸਕਾਰ ਬਾਹਰ ਆ ਜਾਣਗੇ। ਜਿੱਥੇ ਕਿਤੇ ਸਾਨੂੰ ਇਸ ਤਰ੍ਹਾਂ ਦੀ ਚੀਜ਼ ਨਹੀਂ ਮਿਲੀ, ਆਪਾਂ ਆਪਣਾ ਸਿੱਖ ਇਤਿਹਾਸ ਪੜ੍ਹਦੇ ਹਾਂ ਤੇ ਇਹਦੇ ਵਿੱਚ ਜਦੋਂ ਮੁਗਲ ਐਮਪਾਇਰ ਟੁੱਟਦੀ ਹੈ ਤੇ ਜਿਹਦੇ 'ਚ ਸਿੱਖ ਰਜ਼ੀਮ ਨੇ ਵੱਡਾ ਕੰਟਰੀਬਿਊਸ਼ਨ ਕੀਤਾ, ਵੱਡਾ ਯੋਗਦਾਨ ਪਾਇਆ, ਕਈ ਸੌ ਸਾਲ ਦੀ ਮੁਗਲਿਆ ਹਕੂਮਤ ਨੂੰ ਬਿਲਕੁਲ ਜੜੋਂ ਪੱਟਦਾ, ਤੇ ਉੱਥੇ ਲਾਲੈਸ ਕੰਡੀਸ਼ਨ ਬਣਦੀ ਹੈ। ਉਸ ਲਾਲੈਸ ਕੰਡੀਸ਼ਨ ਦੇ 'ਚ ਕੋਈ ਕਿਸੇ ਕਿਸਮ ਦੇ ਨਾਲ ਜਿਹੜਾ ਆ ਕਿਸੇ ਨੂੰ ਕੋਈ ਅਕਾਊਂਟੇਬਲ ਨਹੀਂ ਬਣਾਇਆ ਜਾ ਸਕਦਾ ਕਿਸੇ ਬਿਹੇਵੀਅਰ ਵਾਸਤੇ। ਪਰ ਸੱਚ ਇਹ ਹੈ, ਸਿੱਖ ਰਜ਼ੀਮ ਦਾ ਬਿਹੇਵੀਅਰ ਉਸ ਸਮੇਂ ਦੇ ਵਿੱਚ ਵੀ ਬੜਾ ਸੁਧਰਿਆ ਹੋਇਆ ਤੇ ਬੜਾ ਮਨੁੱਖੀ ਤਲ ਦੇ ਉੱਤੇ ਦੇਖਿਆ ਗਿਆ ਸਾਰਾ। ਇਹਦੀਆਂ ਐਗਜ਼ਾਮਪਲਸ ਸਾਡੇ ਲੋਕਾਂ ਨੇ ਦੇਣੀਆਂ ਸੀਗੀਆਂ, ਪਰ ਪਰਸ਼ੀਅਨ ਰਾਈਟਰਸ ਨੇ ਦਿੱਤੀਆਂ, ਮੁਸਲਮਾਨ ਲਿਖਾਰੀਆਂ ਨੇ ਦਿੱਤੀਆਂ। ਤੁਸੀਂ ਉਹਨਾਂ ਦੀ ਮਤਲਬ ਕਿਤਾਬਚੇ ਪੜ੍ਹ ਕੇ ਦੇਖੋ, ਸਭ ਜਗ੍ਹਾ ਦੇ ਉੱਤੇ ਤੁਹਾਨੂੰ ਮਿਲੇਗਾ ਕਿ ਕਿਸ ਰੂਪ ਦੇ ਵਿੱਚ ਉਹਨਾਂ ਨੇ ਇੱਕ ਉਸ ਮਨੁੱਖੀ ਅਸੂਲ ਨੂੰ ਪਾਲਿਆ। ਇਹਦਾ ਮਤਲਬ ਇਹ ਹੈ ਜੋ ਅੰਦਰ ਸੀਗਾ ਦੁਰਤ ਨਹੀਂ ਸੀਗਾ, ਦੁਰਤ ਦੀ ਨਿਵਰਤੀ ਹੋਈ ਗੁਰੂ ਕੇ ਸ਼ਬਦ ਦੇ ਜ਼ਰੀਏ, ਉਸ ਜੀਵਨ ਜਾਚ ਦੇ ਜ਼ਰੀਏ, ਉਸ ਸੰਸਕਾਰ ਤਬਦੀਲ ਕੀਤੇ ਗਏ ਗੁਰੂ ਸਾਹਿਬ ਦੁਆਰਾ। ਜਿਹੜਾ ਇਹ ਜਿਹੜਾ ਰੂਪ ਹੈ ਜਿਹਨੂੰ ਅਸੀਂ ਲਿਟਰੇਚਰ 'ਚ ਪੜ੍ਹਦੇ ਹਾਂ ਕਿ ਸਗਲ ਤੁਰਕ ਪੁਗਵੈਂ ਹਿੰਦਵਾਨੀ ਹਮ ਬਦਲਾ ਲੈ ਪਨਾ ਜਲਾਵੈਂ ਗੁਰੂ ਸਾਸਤ ਕਿਉਂ ਬਰਜ ਹਟਾਵੈਂ। ਗੁਰੂ ਸਾਹਿਬ ਨੂੰ ਪੁੱਛਿਆ ਸੀਗਾ ਕਿ ਜਿਵੇਂ ਤੁਰਕ ਵਿਹਾਰ ਕਰਦੇ ਭਾਰਤੀ ਖਿੱਤੇ ਦੇ ਲੋਕਾਂ ਦੇ ਨਾਲ ਜਾਂ ਸਾਡੇ ਪਰਿਵਾਰਾਂ ਦੇ ਨਾਲ, ਤੇ ਇੱਥੋਂ ਦੀਆਂ ਇਸਤਰੀਆਂ ਦੀ ਇੱਜ਼ਤ ਲੁੱਟਦੇ, ਸਭ ਚੀਜ਼ਾਂ, ਕੱਲ੍ਹ ਨੂੰ ਅਸੀਂ ਤਾਕਤ 'ਤੇ ਚਾਹੁੰਦੇ ਹਾਂ ਤੇ ਸਾਨੂੰ ਵੀ ਉਸ ਕਿਸਮ ਦੀ ਖੁੱਲ੍ਹ ਮਿਲਣੀ ਚਾਹੀਦੀ ਹੈ। ਤੇ ਬਾਬਾ ਜੀ ਨੇ ਕਿਹਾ ਸੀ ਨਾ, ਹਮ ਲੈ ਜਾਨੋ ਪੰਥ ਉਚੇਰਾ, ਸਾਡੀ ਮੰਜ਼ਿਲ ਬੜੀ ਉੱਚੀ ਹੈ। ਇਹ ਅਮਲ, ਇਹ ਕਰਮ ਨਹੀਂ ਗਾ ਇੱਥੇ ਇਸ ਕਿਸਮ ਦੇ ਨਾਲ ਨੇ। ਇਸੇ ਕਰਕੇ ਗੁਰ ਸ਼ਾਸਤ ਕਿਉਂ ਬਰਜ ਹਟਾਵੇਂ, ਗੁਰੂ ਸ਼ਾਸਤਰ ਇਸੇ ਕਰਕੇ ਬਰਜਦੇ, ਸਾਨੂੰ ਵਿਵਰਜਿਤ ਕਰਦੇ, ਇਸ ਪਾਸੇ ਜਾਣਾ ਹੀ ਨਹੀਂ ਗਾ। ਬਲਕਿ ਜਿਹੇ ਮਰਜ਼ੀ ਹਾਲਾਤ ਹੋਣ, ਆਪਣੇ ਆਪ ਨੂੰ ਜ਼ਹਿਨੀ ਤੌਰ 'ਤੇ, ਆਪਣੇ ਆਪ ਨੂੰ ਨੀਅਤ ਦੇ ਪੱਧਰ 'ਤੇ, ਬਿਰਤੀ ਦੇ ਪੱਧਰ 'ਤੇ ਕਰਪਟ ਨਹੀਂ ਹੋਣ ਦੇਣਾ, ਬਿਲਕੁਲ ਨੀਵੇਂ ਲੈਵਲ 'ਤੇ ਨਹੀਂ ਲੈ ਕੇ ਆਉਣਾ। ਜਿਵੇਂ ਆਪਾਂ ਕਈ ਵਾਰੀ ਤਵਾਰੀਖ ਦੇ ਰੰਗਾਂ ਨੂੰ ਪੜ੍ਹਦੇ ਹਾਂ ਤੇ ਮੁਸਲਮਾਨ ਲਿਖਾਰੀ ਹੈ ਮੋਮਨ ਲਿਖਾਰੀ ਹਕੀਮ ਅੱਲਾ ਯਾਰ ਖਾਂ ਜੋਗੀ, ਜਦੋਂ ਗੰਜੇ ਸ਼ਹੀਦਾਂ ਸ਼ੁਰੂ ਕਰਦਾ ਹੈ ਨਜ਼ਮ, ਤੇ ਉਹਦਾ ਸ਼ਾਇਦ ਦੂਸਰੇ ਜਿਹੜੀ ਉਹਦੀ ਸ਼ਾਇਰਾਨਾ ਉਹਦਾ ਸਟੰਜਾ ਹੈਗਾ, ਤੇ ਉਹਦੇ 'ਚੋਂ ਬਿਆਨ ਕਰਦਾ ਹੈ ਕਿ ਗੁਰੂ ਸਾਹਿਬ ਦੇ ਜਿਹੜੇ ਸਿੱਖ ਸਰਸਾ ਦਰਿਆ ਜਦੋਂ ਕ੍ਰਾਸ ਕਰਦੇ, ਉਸ ਰਾਤ ਦੀ ਵਿਛੋੜੇ ਤੋਂ ਬਾਅਦ, ਜੰਗਾਂ ਤੋਂ ਬਾਅਦ, ਤੇ ਸਰਸਾ ਤੋਂ ਜਿਵੇਂ ਜਿਵੇਂ ਪਾਰ
ਹੋ ਕੇ ਸਰਸਾ ਦੇ ਕਿਨਾਰਿਆਂ ਤੋਂ ਅੱਗੇ ਵੱਧ ਰਹੇ ਨੇ ਤੇ ਦਿਨ ਚੜ੍ਹ ਰਿਹਾ। ਚੜ੍ਹਦੇ ਦਿਨ ਦੇ ਨਾਲ ਘੋੜਿਆਂ ਦੀਆਂ ਕਾਠੀਆਂ ਤੇ ਬੈਠਿਆਂ ਨੂੰ ਸਰਸਾ ਦੇ ਕਿਨਾਰੇ ਬੜੀ ਦੂਰ ਤੱਕ ਦਿਸਦੇ ਨੇ ਉਹਨਾਂ ਨੂੰ। ਤੇ ਉਹਦੀ ਫਿਰ ਦੂਸਰਾ ਜਿਹੜਾ ਉਹਦਾ ਖਾਸ ਕਰਕੇ ਉਹਦੀ ਹੋਰ ਕਹਿ ਲਓ ਕਿ ਰੁਬਾਈ ਹੈ ਜਾਂ ਸ਼ਾਇਰਾਨਾ ਸਟੰਜਾ ਹੈਗਾ, ਉਹਦੀ ਬਾਤ ਫਿਰ ਇੱਥੋਂ ਸ਼ੁਰੂ ਕਰਦਾ। ਉਹ ਕਹਿੰਦਾ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਦੂਰ ਤੋਂ ਦਰਿਆ ਦੇ ਕੰਢੇ ਦਿਸਦੇ ਨੇ। ਸਰਸਾ ਮੇਂ ਡੂਬੇ ਹੋਏ ਪਿਆਰੇ ਨਜ਼ਰ ਆਏ, ਸਰਸਾ ਦੇ ਭੇਟ ਚੜੇ ਹੋਏ ਇੰਨੇ ਪਿਆਰੇ ਸਨੇਹੀ ਗੁਰੂ ਮਹਾਰਾਜ ਦੇ ਸਿੱਖ ਮੁਰੀਦ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਜੰਗ ਲੜਦਿਆਂ ਹੋਇਆਂ, ਸਰਸਾ ਦੇ ਪਾਣੀ ਦੇ ਰੋਡ ਦੇ ਵਿੱਚ ਰੁੜਦਿਆਂ ਹੋਇਆਂ, ਉਹ ਵਿੱਚੋਂ ਦਿਸ ਰਹੇ ਨੇ ਟਾਵੇਂ ਟਾਵੇਂ ਦੂਰ ਤੱਕ। ਕਹਿੰਦਾ ਇਹ ਮੰਜ਼ਰ ਹੈ ਉਸ सरसा दरिया ਨੂੰ ਛੱਡਦਿਆਂ ਹੋਇਆਂ। दूर से दरिया के किनारे नज़र आए, सरसा में डूबे हुए प्यारे नज़र आए, ये देख के बिगड़े हुए सारे नज़र आए। सारिਆਂ ਦੇ ਮਨਾਂ 'ਚ ਬੜਾ ਵੱਡਾ ਮਲਾ ਲਿਆ ਵੀ ਮੁਗਲ ਹੁਕਮਰਾਨ ਨੇ ਕੀਤਾ ਕੀ ਹੈ, ਸਾਡੇ ਨਾਲ ਸਹੁੰਆਂ ਖਾ ਕੇ ਪਹਾੜੀਆਂ ਨੇ ਸਹੁੰਆਂ ਖਾਧੀਆਂ ਤੇ ਝੂਠੀਆਂ ਸਹੁੰਆਂ ਖਾ ਕੇ ਸਾਡੇ ਉੱਤੇ ਰਾਤ ਦੇ ਹਨੇਰੇ 'ਚ ਅਟੈਕ ਕੀਤਾ, ਸਾਨੂੰ ਦਰਿਆ ਪਾਰ ਕਰਦਿਆਂ ਹੋਇਆਂ ਨੂੰ ਆ ਕੇ ਇੰਨਾ ਨੁਕਸਾਨ ਕੀਤਾ। ਸਾਰਾ ਉਹਨਾਂ ਦੇ ਮਨਾਂ ਵਿੱਚੋਂ ਸੋਚ ਉੱਭਰਦੀ ਹੈ। ਉਹ ਕਹਿੰਦਾ दूर से दरिया के किनारे नज़र आए, सरसा में डूबे हुए प्यारे नज़र आए, ये देख के बिगड़े हुए सारे नज़र आए, बिफरे हुए गुरु के दुलारे नज़र आए। पर ਜਿਹੜੇ ਗੁਰੂ ਕੇ ਦੁਲਾਰੇ ਨੇ ਉਹਨਾਂ ਦੇ ਵਿੱਚ ਇਹ ਵੀ ਹੈ ਵੀ ਜਿਵੇਂ ਬੰਦਾ ਆਪਣੀਆਂ ਬਾਹਾਂ ਨੂੰ ਇਸ ਰੂਪ ਦੇ ਵਿੱਚ ਵਾਰ-ਵਾਰ ਮਤਲਬ ਫੜਦਾ ਹੈ ਕਿ ਹੱਦ ਹੋ ਗਈ, ਇੱਕ ਵਾਰੀ ਮੌਕਾ ਤੇ ਬਣੇ ਫਿਰ ਅਸੀਂ ਦਸੀਏ ਇਹਨਾਂ ਨੂੰ ਵੀ ਜੰਗ ਕੀ ਹੁੰਦੀ ਆ, ਮੁਗਲਿਆ ਹੁਕਮਰਾਨਾਂ ਨੂੰ ਪਹਾੜੀਆਂ ਨੂੰ ਦਸੀਏ ਵੀ ਦੋ ਹੱਥ ਕਿਵੇਂ ਕਰੀਦੇ ਨੇ। ਕਹਿੰਦਾ ਵੀ ਇਸ ਕਿਸਮ ਦੀ ਬਾਤ ਉਹਨਾਂ 'ਚ ਇੱਕ ਮਲਾ ਲਿਆ, ਇੱਕ ਹਸਰਤ ਆ ਕਿ ਕਿਤੇ ਮੁਕਾਬਲੇ 'ਚ ਇਸ ਰੂਪ ਵਿੱਚ ਮੈਦਾਨ ਚਾਹੀਏ ਤੇ ਇਹਨਾਂ ਨੂੰ ਦਸੀਏ ਵੀ ਕਿਸ ਤਰੀਕੇ ਨਾਲ ਜੰਗ ਕੀਤੀ ਜਾਂਦੀ ਹੈ। ਖੈਰ ਜਿਹੜੀ ਉਹਦਾ ਜਿਹੜਾ ਲੱਭੋ ਲਬਾਬ ਹੈ ਉਹ ਸਾਰੀ ਉਸ ਲਿਖਤ ਦਾ। ਉਹ ਕਹਿੰਦਾ ਕਿ दूर से दरिया के किनारे नज़र आए, सरसा में डूबे हुए प्यारे नज़र आए, ये देख के बिगड़े हुए सारे नज़र आए, बिफरे हुए गुरु के दुलारे नज़र आए, कहते थे इजाज़त नहीं है हमें रण की, वरना मट्टी तक उड़ा दें दुश्मन के चमन की। ਕਹਿੰਦੇ ਸਾਨੂੰ ਰਣ ਦੀ ਇਜਾਜ਼ਤ ਨਹੀਂ ਕਿ ਨਹੀਂ ਤੇ ਅਸੀਂ ਦੁਸ਼ਮਣ ਦੇ ਚਮਨ ਦੀ ਮਿੱਟੀ ਵੀ ਨਾ ਛੱਡੀਏ। ਹੁਣ ਇਹਦੀ ਵਿਆਖਿਆ ਕਰਦੇ ਦਾਨਿਸ਼ਮੰਦ। ਉਹ ਕਹਿੰਦੇ ਗੱਲ ਕੀ ਹੈ, ਇਹ ਹਕੀਮ ਜੀ ਲਿਖ ਕੇ ਰਹੇ ਨੇ, ਰਣ ਦੀ ਇਜਾਜ਼ਤ ਨਹੀਂ, ਰਣ ਤੱਤੇ ਵਿੱਚ ਤੇ ਹੈਗੇ ਹੋ। 7 ਮਹੀਨਿਆਂ ਤੋਂ ਲੋਹੇ ਤੇ ਲੋਹਾ ਖੜਕ ਰਿਹਾ, ਅਜੇ ਹੁਣ ਸਰਸਾ ਦੇ ਕੰਢੇ ਦੇ ਉੱਤੇ ਸਾਰੀ ਰਾਤ ਜੰਗ ਹੋਈ ਹੈ, ਦਿਨ ਚੜੇ ਜੰਗ ਕਰਦੇ ਹੋਏ ਸਰਸਾ ਪਾਰ ਕੀਤਾ, ਹੋਰ ਰਣ ਦੀ ਇਜਾਜ਼ਤ ਕਿਵੇਂ ਦੀ ਮੰਗ ਰਹੇ ਹੋ। ਅਸਲ 'ਚ ਉੱਥੇ ਰਣ ਦੀ ਇਜਾਜ਼ਤ ਦੀ ਗੱਲ ਇਹ ਕਹਤੇ ਤੇ ਹਮੇ ਇਜਾਜ਼ਤ ਨਹੀਂ ਹੈ ਰਣ ਕੀ, ਇਹਦਾ ਮਤਲਬ ਇਹ ਹੈ ਕਹਿੰਦੇ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਜਦੋਂ ਜੰਗ ਚੱਲਦੀ ਹੋਏ, ਜਦੋਂ ਮੁਫਾਦੀਅਤ ਹੋਏ ਉਸ ਰੂਪ ਦੀ, ਫਿਰ ਕੋਈ ਠੀਕ ਗਲਤ ਨਹੀਂ ਹੁੰਦਾ, ਫਿਰ ਜਿੱਤੀ ਦਿਸਦੀ, ਹੋਰ ਕੁਛ ਨਹੀਂ ਗਾ। ਗੁਰੂ ਸਾਹਿਬ ਨੇ ਕਿਹਾ ਉਸ ਸਮੇਂ ਵਿੱਚ ਵੀ ਫੇਅਰ ਰਹਿਣਾ, ਜਿੰਨਾ ਮਰਜ਼ੀ ਹਾਲਾਤ ਹੋਣ, ਜੈਸੇ ਮਰਜ਼ੀ ਹਾਲਾਤ ਹੋਣ, ਉਸ ਸਮੇਂ ਵੀ ਫੇਅਰ ਚੱਲਣਾ ਹੈ। ਬਿਲਕੁਲ ਵੀ ਨਾ ਧਰਮ ਦਾ ਨਾ ਝੂਠ ਦਾ ਕਿਸੇ ਚੀਜ਼ ਦਾ ਸਹਾਰਾ ਨਹੀਂ ਲੈਣਾ। ਅਦਰਵਾਈਜ਼ ਦੁਨੀਆ ਭਰ ਦੀਆਂ ਜੰਗਾਂ ਤੁਸੀਂ ਦੇਖੋ, ਮੈਂ ਇਤਿਹਾਸ ਤੋਂ ਲੈ ਕੇ ਇਤਿਹਾਸ ਤੱਕ ਸਭ ਜਗ੍ਹਾ ਦੇ ਉੱਤੇ ਲੈਵਲ ਡਿੱਗਦਾ ਆ। ਉੱਥੇ ਵੀ ਲੈਵਲ ਉਹੀ ਬਰਕਰਾਰ ਰੱਖਣਾ ਹੈ, ਭਰੋਸਾ ਕਰਨਾ ਹੈ ਉਹਨਾਂ ਧਰਮ ਦੇ ਕੁਰਾਨੇ ਮਜੀਦ ਦੇ ਖਰੜੇ ਦੇ ਉੱਤੇ ਔਰੰਗਜ਼ੇਬ ਦੇ ਸਿਗਨੇਚਰ ਕਰਕੇ ਸਹੁੰ ਖਾਦੀ ਕਿ ਤੁਸੀਂ ਕਿਲ੍ਹਾ ਛੱਡ ਦਿਓ, ਤੁਹਾਡੀ ਦੁਸ਼ਮਣੀ ਖਤਮ, ਜੰਗ ਖਤਮ। ਮਹਾਰਾਜ ਨੇ ਵਿਸ਼ਵਾਸ ਕੀਤਾ ਉਹਨਾਂ ਦੇ ਉੱਤੇ। ਕਿਆ ਠੀਕ ਹੈ ਭਾਈ, ਕਿਉਂਕਿ ਕੋਈ ਦੁਰਤ ਹੈ ਹੀ ਨਹੀਂ, ਵਿਸ਼ਵਾਸ ਕਰਨਾ ਇਹੀ ਇਹਦੇ ਤੇ ਸੰਸਾਰ ਚੱਲਦਾ ਸਾਰਾ ਦਾ ਸਾਰਾ। ਸੋ ਇਹ ਸੰਸਕਾਰ ਦਿੱਤੇ ਗੁਰੂ ਸਾਹਿਬ ਨੇ। ਸੋ ਇਸ ਸਾਰੇ ਦੇ ਵਿੱਚ ਧੋਖਾ ਨਹੀਂ ਗਾ, ਫਰੇਬ ਨਹੀਂ ਗਾ, ਦਗਾ ਨਹੀਂ ਗਾ। ਇਸ ਦੇ ਨਾਲ ਇਨਸਾਨੀਅਤ ਜਿੱਤਦੀ ਹੈ। ਵਕਤੀ ਤੌਰ ਤੇ ਲੱਗਦਾ ਹੈ ਲੋਕ ਹਾਰ ਰਹੇ ਨੇ, ਸੱਚੇ ਹਾਰ ਰਹੇ ਨੇ, ਪਰ ਲੌਂਗ ਰਨ ਦੇ ਵਿੱਚ ਸੱਚਿਆਂ ਦੀ ਜਿੱਤ ਹੁੰਦੀ ਹੈ। ਅਨੰਦਪੁਰ ਸਾਹਿਬ ਆਏ ਸਾਲ ਦੇ ਵਿੱਚ ਕਈ ਵਾਰ ਹੋਲੇ ਮਹੱਲੇ ਦੇ ਟਾਈਮ, ਵਿਸਾਖੀ ਦੇ ਸਮੇਂ ਉੱਥੇ ਵੱਡੇ ਜਿਹੜਾ ਹੈਗਾ ਇਕੱਠ ਹੁੰਦੇ ਨੇ, ਉੱਥੇ ਜਕਾਰੇ ਗੂੰਜਦੇ ਨੇ, ਉਸ ਦੀਆਂ ਮਤਲਬ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਚੋਟੀਆਂ ਉਸ ਚੀਜ਼ ਦੀ ਗਵਾਹੀ ਭਰਦੀਆਂ ਨੇ ਵੀ ਕਿਸ ਕਿਸਮ ਦੇ ਨਾਲ ਨੀਲੇ ਦੇ ਸ਼ਾਹ ਸਵਾਰ ਤੇ ਉਸ ਸ਼ਾਹ ਸਵਾਰ ਨੂੰ ਨਤਮਸਤਕ ਹੋਣ ਵਾਸਤੇ ਕਿੱਡਾ ਵੱਡਾ ਹਜ਼ੂਮ ਤੇ ਸਭ ਆਉਂਦਾ ਹੈ। ਉਹ ਸਾਰਾ ਹਜ਼ੂਮ ਦੱਸਦਾ ਆ ਸੱਚ ਜੇਤੂ ਹੈ। ਕਦੀ ਇਸ ਨਗਰੀ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਕਦੀ ਇਸ ਜਗ੍ਹਾ ਦੇ ਉੱਤੇ ਜ਼ੁਲਮੋ ਗਾਰਤ ਕਰਕੇ ਨੇਸਤੋ ਨਾਬੂਦ ਕਰਨ ਦੀ ਬਾਤ ਕੀਤੀ ਗਈ ਸੀ, ਕੁਛ ਵੀ ਤੇ ਨਹੀਂ ਹੋਇਆ। ਅੱਜ ਵੀ ਉੱਥੇ ਕੇਸਰੀ ਨਿਸ਼ਾਨ ਝੂਲ ਰਹੇ ਨੇ, ਅੱਜ ਵੀ ਉੱਥੇ ਉਸੇ ਰੂਪ ਦੇ ਵਿੱਚ ਜਿਹੜਾ ਹੈਗਾ ਉਹਨਾਂ ਸੱਚ ਦੇ ਨਗਾਰਿਆਂ ਤੇ ਚੋਟਾਂ ਪੈ ਰਹੀਆਂ ਨੇ। ਸੋ ਇਹ ਹੈ, ਇਹਨੂੰ ਹੀ ਸਾਹਿਬ ਨੇ ਕਿਹਾ ਸੀਗਾ ਕਿ ਸੱਚੇ ਮਾਰਗ ਚੱਲਦੇ ਆ, ਜਿਹੜਾ ਸੱਚ ਦਾ ਮਾਰਗ ਆ, ਅਲਟੀਮੇਟਲੀ ਉਹਨੂੰ ਸਲੂਟ ਆ।
ਪਰ ਹੋਏ ਉਸ ਸਲੂਕ ਰੂਪ ਦੇ ਵਿੱਚ ਕਿ ਜੈਸੇ ਮਰਜ਼ੀ ਹਾਲਾਤ, ਹੁਣ ਦੁਰਤ ਉਹ ਨਹੀਂ ਕਮਾਉਣਾ, ਸੱਚ ਹੀ ਕਮਾਉਣਾ। ਕੂੜ ਨੂੰ ਹਰ ਹਾਲਤ ਵਿੱਚ ਆਪਣੇ ਤੋਂ ਦੂਰ ਰੱਖਣਾ ਆ, ਭਾਵੇਂ ਉਹ ਜੰਗ ਦੇ ਹਾਲਾਤ ਹੀ ਕਿਉਂ ਨਾ ਹੋਣ। ਇੱਕ ਐਕਸਟ੍ਰੀਮ ਐਗਜ਼ਾਮਪਲ ਆਪਾਂ ਕੀਤੀ, ਮਹਾਰਾਜ ਕਹਿੰਦੇ ਕਿ ਦੁਰਤ ਗਿਆ ਹਰ ਨਾਮ ਤੇ ਆਏ, ਕਿਉਂਕਿ ਹਰੀ ਨਾਮ ਨੂੰ ਹਿਰਦੇ 'ਚ ਟਿਕਾ ਲਿਆ, ਹਿਰਦੇ ਦੀ ਸਤ੍ਹਾ ਹੀ ਪਵਿੱਤਰ ਹੋ ਗਈ, ਉਹਦੇ ਕਰਕੇ ਫਿਰ ਦੁਰਤ ਖਤਮ ਹੋ ਗਏ। ਰਹਾਓ ਅਗਲੇਰਾ ਬੰਦ ਸੀਗਾ, ਸਭਨੀ ਥਾਈਂ ਰਵਿਆ ਆਪ, ਆਦ ਜੁਗਾਦ ਜਾਂ ਕਾ ਵੱਡ ਪ੍ਰਤਾਪ, ਸਭਨੀ ਥਾਈਂ ਰਵਿਆ ਆਪ। ਰੱਬ ਅਕਾਲ ਪੁਰਖ ਵਾਹਿਗੁਰੂ ਉਹ ਕਰਤਾਰ ਜਿਹਨੂੰ ਅਸੀਂ ਅੱਜ ਦੀ ਦੁਨੀਆ 'ਚ ਐਗਜ਼ਿਸਟੈਂਸ ਕਹਿ ਸਕਦੇ ਹੈਗੇ ਹਾਂ, ਸਤਨਾਮ ਸਤਰੂਪ, ਉਹ ਜਿਹੜੀ ਅਲਟੀਮੇਟ ਰਿਐਲਿਟੀ ਹੈ, ਉਹਦਾ ਕੋਈ ਸਪੈਸੀਫਿਕ ਘਰ ਨਹੀਂ ਗਾ, ਉਹਦੀ ਕੋਈ ਸਪੈਸੀਫਿਕ ਥਾਂ ਵੀ ਨਹੀਂ ਗੀ, ਉਹ ਤਾਂ ਸਭ ਥਾਵਾਂ 'ਤੇ ਮੌਜੂਦ ਆ, ਕਾਇਮ ਦਾਇਮ ਹੈ, ਜਿਹਨੂੰ ਅਸੀਂ ਓਮਨੀ ਪ੍ਰੈਜ਼ੈਂਟ ਕਹਿੰਦੇ ਆ। ਬਾਬਾ ਜੀ ਨੇ ਬਿਆਨ ਕੀਤਾ ਸਭਨੀ ਥਾਈਂ ਰਵਿਆ ਆਪ। ਇਹਦੇ ਮਾਇਨੇ, ਕਿਉਂਕਿ ਜਦੋਂ ਹਿਰਦਾ ਪਾਕ ਹੈ, ਹਿਰਦਾ ਪਵਿੱਤਰ ਹੈ, ਜਿਵੇਂ ਬਕੌਲ ਮਸਕੀਨ ਜੀ ਗੱਲ ਕਰਾਂ ਤੇ ਉਹ ਅਕਸਰ ਕਹਿੰਦੇ ਹੁੰਦੇ ਸੀ, ਕਈ ਵਾਰੀ ਅਸੀਂ ਖੁਦ ਹੀ ਗੱਲ ਕਰਨ ਲੱਗਿਆਂ ਗੱਲ ਨੂੰ ਦੇਖਦੇ ਨਹੀਂ ਕਿ ਉਹਦੇ ਕੋਣ 'ਚ ਕੋਣ ਚੰਗੀ ਤਰ੍ਹਾਂ। ਕਹਿੰਦੇ ਮੈਂ ਕਿੰਨੀ ਵਾਰੀ ਸੁਣਿਆ ਲੋਕ ਇਹ ਕਹਿਣਗੇ ਕਿ ਭਾਈ ਦੇਖੀ ਗੁਰਦੁਆਰੇ ਬੈਠਾ ਆ, ਝੂਠ ਨਾ ਬੋਲੀ। ਕਹਿੰਦੇ ਮੈਂ ਪੁੱਛਦਾ ਹੁੰਨਾ, ਚਲੋ ਠੀਕ ਹੈ ਗੁਰਦੁਆਰੇ ਬੈਠਾ ਬੰਦਾ ਝੂਠ ਨਾ ਬੋਲੇ, ਪਰ ਇਹ ਦੱਸੋ ਕਿੱਥੇ ਬੈਠ ਕੇ ਝੂਠ ਬੋਲਿਆ ਜਾ ਸਕਦਾ ਆ? ਇਜਾਜ਼ਤ ਕਿੱਥੇ ਹੈ ਝੂਠ ਬੋਲਣ ਦੀ? ਇਹ ਦੱਸੋ। ਗੁਰਦੁਆਰੇ ਝੂਠ ਨਹੀਂ ਬੋਲਣਾ, ਝੂਠ ਬੋਲਣਾ ਕਿੱਥੇ ਹੈ? ਜੇ ਇਹ ਜਗ੍ਹਾ ਹੈ ਇੱਥੇ ਰੱਬ ਵਸਦਾ ਹੈ, ਰੱਬ ਕਿੱਥੇ ਨਹੀਂ ਵਸਦਾ? ਹੁਣ ਆਹ ਬਾਤ ਜਿਹੜੀ ਹੈ ਇਹ ਬੰਦੇ ਦੇ ਜ਼ਿਹਨ 'ਚ ਪਾਈ ਜਾਏ। ਬੰਦੇ ਨੂੰ ਕਿਹਾ ਗਿਆ ਕਿ ਭਲੇ ਬੰਦੇ ਹਰ ਜ਼ਰਰੇ ਜ਼ਰਰੇ 'ਚੋਂ ਮੌਜੂਦ ਆ, ਉਹਦੇ ਭੈ ਵਿੱਚ ਰਹਿਣਾ ਹੈ, ਉਹਦੀ ਯਾਦ ਵਿੱਚ ਰਹਿਣਾ, ਉਹਦੇ ਅਹਿਸਾਸ ਵਿੱਚ ਰਹਿਣਾ, ਤਾਂ ਹੀ ਦੁਰਤ ਜਾਏਗਾ। ਨਹੀਂ ਤੇ ਬੰਦਾ ਮਖੌਟੇ ਬਣਾ ਕੇ ਜ਼ਿੰਦਗੀ ਜਿੰਦਾ ਆ। ਮੈਂ ਤੁਹਾਡੇ ਸਾਹਮਣੇ ਕੁਝ ਹੋਰ ਹਾਂ, ਜਿਵੇਂ ਹੀ ਤੁਹਾਡੇ ਸਾਹਮਣੇ ਤੋਂ ਪਰਾਂ ਹੋਵਾਂਗਾ ਮੈਂ ਕੁਝ ਹੋਰ ਹੋ ਜਾਵਾਂਗਾ। ਇਹ ਜੀਵਨ ਫਿੱਕਾ ਹੈ। ਇਹੋ ਜਿਹਾ ਜੀਵਨ ਜੀਣਾ ਸਮਾਜ ਵਿੱਚ ਲੋਕਾਂ ਨੇ ਸ਼ੁਰੂ ਕੀਤਾ ਤੇ ਉਹਨਾਂ ਨੂੰ ਇਹ ਭੁੱਲ ਗਿਆ ਕਿ ਜਿਸ ਨੂੰ, ਜਿੱਦਾਂ ਸਪੋਜ਼ ਕਰੋ ਕਿਸੇ ਸਮੇਂ 'ਚ ਬੰਦਾ ਰੱਬ ਦਾ ਨਾਮ ਹੀ ਲੈਂਦਾ ਬੈਠ ਕੇ, ਵੀ ਭਲੇ ਬੰਦੇ ਹੁਣ ਤੇ ਲੈ ਰਿਹਾ, ਹੁਣ ਤੇ ਬੜਾ ਪੋਲਾਈਟ ਵੀ ਬਿਆਨ ਹੋ ਰਿਹਾ ਹੈ, ਬੜਾ ਕਿਸੇ ਭਾਵਪੂਰਤ ਅੰਦਾਜ਼ ਵਿੱਚ ਵੀ ਆ ਰਿਹਾ ਹੈ, ਪਰ ਤੂੰ ਹੁਣ ਇਸ ਅੰਦਾਜ਼ 'ਚ ਆ ਰਿਹਾ ਹੈ, ਪਰ ਅਲਟੀਮੇਟਲੀ ਜਿਹਦਾ ਨਾਂ ਲੈ ਰਿਹਾ ਉਹ ਤੇ ਹਰ ਵਕਤ ਹੀ ਮੌਜੂਦ ਹੈ। ਹਰ ਵਕਤ ਇਹ ਅਹਿਸਾਸ ਕਿਉਂ ਨਹੀਂ ਤੇਰੀ ਸੁਰਤ 'ਚ? ਇਹਨੂੰ ਹੀ ਫਿਰ ਬਾਬਾ ਫਰੀਦ ਜੀ ਨੇ ਬਿਆਨ ਕੀਤਾ ਆਪਣੀ ਰਚਨਾ ਦੇ ਵਿੱਚ ਕਿ ਦਿਲੋਂ ਮੁਹੱਬਤ ਜਿਨ ਸੇ ਹੀ ਸੱਚੇ ਆ। ਜਿਹੜਾ ਅੰਦਰੋਂ ਇੱਕ ਹੋ ਗਿਆ, ਅੰਦਰੋਂ ਬਾਹਰੋਂ ਇੱਕ ਹੋ ਗਿਆ, ਜਿਹਨੇ ਕਿਹਾ, ਜਿਹਨੂੰ ਸਾਹਿਬ ਨੇ ਕਿਹਾ ਕਿ ਅੰਦਰੋਂ ਨਿਰਮਲ ਬਾਹਰੋਂ ਨਿਰਮਲ। ਮਤਲਬ ਜਿਹੜੀ ਨਿਰਮਲਤਾ ਆ ਇਹ ਸਿਰਫ ਇੱਕ ਲੈਵਲ ਦੀ ਨਹੀਂ ਹੁੰਦੀ, ਇਹ ਦੋਨਾਂ ਲੈਵਲ ਦੀ ਹੁੰਦੀ ਹੈ। ਬਲਕਿ ਜੋ ਹਿਰਦੇ ਵਿੱਚ ਆ, ਜੋ ਅੰਦਰ ਪਿਆ ਆ, ਜੋ ਜੀ ਹੋਏ ਸੋ ਉਗਵੈ, ਉਹੀ ਉਗਦਾ ਉਸ ਰੂਪ ਦੇ ਅੰਦਰ। ਜੇ ਅੰਦਰ ਕਿਤੇ ਦੁਰਤ ਪਿਆ ਆ, ਲਕੋਇਆ ਕਿੰਨਾ ਕੁ ਲਕੋਏਗਾ, ਕਿੰਨਾ ਕੁ ਛੁਪਾਏਗਾ, ਅਲਟੀਮੇਟਲੀ ਉਹ ਬਾਹਰ ਆ ਜਾਏਗਾ। ਤੇ ਜੇ ਅਸੀਂ ਬਾਈ ਚਾਂਸ ਹੀ ਚਲੋ ਬਾਤ ਹੋਈ, ਆਪਾਂ ਜੇ ਮੁਗਲਿਆ ਹੁਕਮਰਾਨਾਂ ਦੀ ਬਾਤ ਕੀਤੀ, ਉਸ ਦੌਰ ਦੀ ਬਾਤ ਕੀਤੀ ਜਦੋਂ ਸਾਡੇ 10ਵੇਂ ਪਾਤਸ਼ਾਹ ਜੀ ਨੇ ਏਡਾ ਵੱਡਾ ਅਮਲ ਧਰਤੀ ਤੇ ਲਿਆਂਦਾ, ਜਿਹਦਾ ਕੋਈ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਸਰਬੰਸਦਾਨੀ ਦੀ ਹਸਤੀ, ਉਸ ਸਮੇਂ ਦਾ ਮੁਗਲਿਆ ਬਾਦਸ਼ਾਹ ਔਰੰਗਜ਼ੇਬ ਹੈ। ਤੇ ਔਰੰਗਜ਼ੇਬ ਦੇ ਬਾਬਤ ਜੇ ਉਹਦੀ ਤੁਜ਼ਕ ਪੜ੍ਹਦੇ ਹਾਂ, ਜਾਂ ਉਹਦੇ ਬਾਪ ਦੀ ਤੁਜ਼ਕ ਪੜ੍ਹਦੇ ਹਾਂ ਸ਼ਾਹਜਹਾਂ ਦੀ, ਤੇ ਇੱਕ ਇਨਸੀਡੈਂਟ ਮਿਲਦਾ ਉਹਦੇ ਵਿੱਚ ਕਿ ਸ਼ਾਹਜਹਾਂ ਆਪਣੇ ਸਾਰੇ ਕੋੜਮੇ ਨੂੰ ਲੈ ਕੇ, ਸਾਰੇ ਪਰਿਵਾਰ ਨੂੰ ਲੈ ਕੇ, ਟੱਬਰ ਨੂੰ ਲੈ ਕੇ ਜਾਮਾ ਮਸਜਿਦ ਈਦ ਦੀ ਨਮਾਜ਼ ਅਦਾ ਕਰਨ ਵਾਸਤੇ ਗਿਆ। ਖੈਰ ਇਹ ਕਿਉਂਕਿ ਸ਼ਾਹੀ ਨਮਾਜ਼ ਸੀਗੀ ਉੱਥੇ, ਤੇ ਉਹਦੇ ਵਾਸਤੇ ਬੜਾ ਵੱਡਾ ਇੰਤਜ਼ਾਮ ਵੀ ਕੀਤਾ ਹੋਏਗਾ ਉਹਨਾਂ ਨੇ। ਉੱਥੇ ਗਿਆ ਤੇ ਉੱਥੇ ਜਾ ਕੇ ਉਹਨੇ ਨਮਾਜ਼ ਅਦਾ ਕੀਤੀ। ਬਾਦਸ਼ਾਹ ਹਿੰਦ ਹੁਣ ਨਮਾਜ਼ ਅਦਾ ਕਰ ਰਿਹਾ, ਉਹ ਵੀ ਈਦ ਦੀ ਨਮਾਜ਼ ਅਦਾ ਹੋਈ। ਤੇ ਉਹਨਾਂ ਦੇ 'ਚ ਇੱਕ ਕਲਚਰਲ ਐਕਸਰਸਾਈਜ਼ ਹੈ ਕਿ ਜਦੋਂ ਈਦ ਦੀ ਨਮਾਜ਼ ਅਦਾ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਵੱਡਾ ਆ ਉਹ ਸਾਰਿਆਂ ਨੂੰ ਤੇ ਖਾਸ ਕਰਕੇ ਬੱਚਿਆਂ ਨੂੰ ਈਦੀ ਦਿੰਦਾ ਹੈ, ਜਿਹਨੂੰ ਕਹਿ ਲਓ ਕਿ ਉਹ ਕੁਝ ਪੈਸੇ, ਕੁਝ ਗਿਫਟ ਵਗੈਰਾ ਇਸ ਤਰੀਕੇ ਨਾਲ ਸਾਰੇ ਬੱਚਿਆਂ ਨੂੰ ਦਿੱਤੇ ਜਾਂਦੇ ਨੇ।
ਇਸ ਜਦੋਂ ਸ਼ਾਹਜਹਾਂ ਨੇ ਸਾਰੇ ਬੱਚਿਆਂ ਨੂੰ, ਆਪਣੇ ਸ਼ਹਿਜ਼ਾਦਿਆਂ ਨੂੰ ਈਦੀ ਦੇਣ ਵਾਸਤੇ ਲਾਈਨ 'ਚ ਖੜਿਆਂ ਕੀਤਾ, ਸਾਰਿਆਂ ਨੂੰ ਉਹ ਪੈਸੇ ਦੇ ਰਿਹਾ, ਇਨਾਮ ਸੋਨੇ ਦੇ ਸਿੱਕੇ ਵਗੈਰਾ ਦੇ ਰਿਹਾ। ਤੋ ਦੇਣ ਦੇ ਦੌਰਾਨ ਉਹਦੀ ਨਜ਼ਰ ਜਾਂਦੀ ਤੇ ਉਹ ਕਹਿੰਦਾ ਹੈ, ਮੇਰਾ ਸ਼ਹਿਜ਼ਾਦਾ ਔਰੰਗਜ਼ੇਬ ਕਿੱਥੇ ਹੈ? ਸਾਰਿਆਂ ਨੇ ਦੇਖਿਆ ਆਲੇ ਦੁਆਲੇ ਇੱਥੇ ਹੀ ਹੋਣਾ, ਐਡਾ ਵੱਡਾ ਟੱਬਰ ਹੈ, ਇੰਨੀਆਂ ਬੇਗਮਾਂ ਤੇ ਨੌਕਰ ਚਾਕਰ, ਤੇ ਸਾਰਿਆਂ 'ਚ ਕਿਤੇ ਆਵਾਜ਼ ਦਿੱਤੀ ਔਰੰਗਜ਼ੇਬ, ਰੌਲਾ ਪੈ ਗਿਆ ਇੱਕਦਮ। ਸਾਰੇ ਇੱਕਦਮ ਦੌੜ ਭੱਜ ਕੇ ਦੇਖਣ ਲੱਗੇ ਵੀ ਸ਼ਹਿਜ਼ਾਦਾ ਕਿੱਧਰ ਗਿਆ। ਤਾਂ ਹੀ ਤੇ ਇੱਕਦਮ ਜਿਹੜਾ ਆ ਘਰ ਦੇ ਜੀ ਵੀ ਤੇ ਕੁਝ ਨੌਕਰ ਚਾਕਰ ਵੀ ਮਸਜਿਦ ਤੋਂ ਇੱਕਦਮ ਬਾਹਰ ਆਏ। ਜਾਮਾ ਮਸਜਿਦ ਬੜੀ ਵੱਡੀ ਮਸਜਿਦ ਆ, ਤੁਸੀਂ ਦੇਖੀ ਹੋਈ ਦਿੱਲੀ ਦੇ ਵਿੱਚ ਕਿਤੇ। ਤੇ ਉਹ ਜਦੋਂ ਬਾਹਰ ਆਏ ਤੇ ਇਹ ਔਰੰਗਜ਼ੇਬ ਜਿਹੜਾ ਆ ਇਹ ਉਹਦੀਆਂ ਪੌੜੀਆਂ ਤੇ ਬੈਠਾ, ਬਾਹਰਲੇ ਪਾਸੇ ਦਹਿਲੀਜ਼ ਤੇ ਜਾਮਾ ਮਸਜਿਦ ਦੇ। ਜਦੋਂ ਪੌੜੀਆਂ ਤੇ ਬੈਠਾ ਤੇ ਅਜੇ ਉਮਰ ਵੀ ਇਹਦੀ ਕਹਿੰਦੇ 4 ਸਾਲ ਦੀ ਸੀ ਸਾਰੀ। ਤੇ ਸ਼ਾਹਜਹਾਂ ਨੇ ਫਟਾਫਟ, ਕਿਉਂਕਿ 2 ਪਲ ਲਈ ਬਾਪ ਦਾ ਹਿਰਦਾ ਬਾਹਰ ਆਇਆ, ਮੇਰਾ ਸ਼ਹਿਜ਼ਾਦਾ ਕਿੱਥੇ ਹੈ, ਇਸ ਕਿਸਮ ਦੇ ਨਾਲ ਦਿਸਿਆ ਨੇ, ਦਿਲ ਡਰ ਵੀ ਗਿਆ ਬਾਪ ਦਾ। ਜਦੋਂ ਉਹਨੂੰ ਦੇਖਿਆ ਤੇ ਇੱਕਦਮ ਖੁਸ਼ੀ ਵੀ ਹੋਈ ਤੇ ਉਸਨੂੰ ਬਕਾਇਦਾ ਕੋਲ ਬੁਲਾ ਕੇ ਸ਼ਾਹਜਹਾਂ ਇਹ ਪੁੱਛਦਾ ਆ ਕਿ ਸ਼ਹਿਜ਼ਾਦਾ ਜੀ ਤੁਸੀਂ ਅੰਦਰ ਨਹੀਂ ਆਏ ਨਮਾਜ਼ ਪੜ੍ਹਨ ਵਾਸਤੇ ਸਾਡੇ ਨਾਲ? ਤੁਸੀਂ ਈਦੀ ਨਹੀਂ ਸੀ ਲੈਣੀ? ਤੁਸੀਂ ਇਨਾਮ ਨਹੀਂ ਸੀ ਲੈਣਾ? ਤੁਸੀਂ ਇਹ ਸਪੈਸੀਫਿਕਲੀ ਜਿਹੜੇ ਤੁਹਾਨੂੰ ਗਿਫਟ ਦੇਣਾ ਸੀ ਉਹ ਲੈਣਾ ਨਹੀਂ ਸੀਗਾ? ਉਹ ਕਹਿੰਦਾ ਹੈ ਵੀ ਬਾਦਸ਼ਾਹ ਸਲਾਮਤ, ਉਹ ਤੇ ਗੱਲ ਠੀਕ ਹੈ ਅੱਬਾ ਜਾਨ, ਗੱਲ ਠੀਕ ਹੈ ਤੁਹਾਡੀ ਵੀ ਈਦੀ ਤੇ ਮੈਂ ਲੈਣੀ ਸੀ, ਨਮਾਜ਼ ਵੀ ਪੜ੍ਹਨ ਵਾਸਤੇ ਅੰਦਰ ਆਉਣਾ ਸੀ, ਪਰ ਮੈਂ ਸੋਚ ਰਿਹਾ ਸੀਗਾ ਸਾਰਾ ਸ਼ਾਹੀ ਖਾਨਦਾਨ ਮਸਜਿਦ ਥੱਲੇ ਜਾ ਕੇ, ਮਸਜਿਦ ਦੀ ਛੱਤ ਹੇਠ ਜਾ ਕੇ ਈਦ ਦੀ ਨਮਾਜ਼ ਪੜ੍ਹਨ ਵਾਸਤੇ ਤੁਰ ਗਿਆ। ਖੁਦਾ ਨਾ ਖਾਸਤਾ ਜੇ ਕਿਤੇ ਮਸਜਿਦ ਦੀ ਛੱਤ ਡਿੱਗ ਗਈ ਤੇ ਸਾਰਾ ਟੱਬਰ ਮਰ ਜਾਏਗਾ ਥੱਲੇ, ਗੱਦੀ ਤੇ ਬਹਿਣ ਲਈ ਕੌਣ ਰਹੇਗਾ? ਮੈਂ ਤਾਂ ਬੈਠਾ ਸੀ ਬਾਹਰ। ਸ਼ਾਹਜਹਾਂ ਨੇ ਮੱਥੇ ਤੇ ਹੱਥ ਮਾਰਿਆ, ਕਹਿੰਦਾ ਇੰਨਾ ਲਾਲਚ ਗੱਦੀ ਦਾ? ਕਹਿੰਦਾ ਮੈਨੂੰ ਲੱਗਦਾ ਨਹੀਂ ਕਿ ਤੂੰ ਲੰਬਾ ਸਮਾਂ ਇੰਤਜ਼ਾਰ ਕਰ ਪਾਏਗਾ, ਜਿਹਦੇ ਚ ਹੁਣੀ ਇਹ ਹਾਲਤ ਆ, ਇੰਪੇਸ਼ੈਂਟ ਇੰਨਾ ਹੋ ਚੁੱਕਾ ਹੈ ਤੂੰ। ਤੇ ਸੱਚ ਹੋਇਆ, ਉਹਨੇ ਬਾਪ ਦੇ ਮਰਨ ਦੀ ਉਡੀਕ ਨਹੀਂ ਕੀਤੀ, ਬਾਪ ਦੇ ਫੈਸਲਾ ਕਰਨ ਦੀ ਉਡੀਕ ਨਹੀਂ ਕੀਤੀ, ਬਲਕਿ ਜਿਉਂਦੇ ਨੂੰ ਕੈਦਖਾਨੇ 'ਚ ਪਾਇਆ ਉਹਨੂੰ, ਬਾਦਸ਼ਾਹ ਬਣੇ ਹੋਏ। ਸੋ ਇਹ ਜਿਹੜਾ ਦੁਰਤ ਹੈ ਇਹ ਬੜੀ ਛੋਟੀ ਉਮਰੇ ਉਸੇ ਵਕਤ ਹੀ ਬਾਹਰ ਆ ਜਾਂਦਾ। ਤੇ ਫਿਰ ਇਸ ਦੁਰਤ ਨੂੰ ਮਤਲਬ ਬੰਦਾ ਕਾਬੂ ਕਰੇ ਤੇ ਕਿਵੇਂ ਕਰੇ? ਇਹ ਅੰਦਰ ਦੇ ਬਾਹਰ ਨੂੰ ਇੱਕ ਕਰੇ ਤੇ ਕਿਵੇਂ ਕਰੇ? ਨਿਰਮਲ ਕਿਵੇਂ ਕਰੇ ਉਸ ਅੰਦਰ ਦੀ ਦੁਨੀਆ ਨੂੰ? ਭਾਵੇਂ ਬਾਹਰੋਂ ਵਿਖਾ ਵੀ ਰਿਹਾ ਹੋਏ, ਹਾਲਾਂਕਿ ਉਹ ਉਸ ਤੋਂ ਬਾਅਦ ਲਗਾਤਾਰ ਰਿਹਾ ਆਪਣੇ ਬਾਪ ਦੇ ਕੋਲ, ਬਾਪ ਤੋਂ ਪਿਆਰ ਵੀ ਲਿਆ ਉਸਨੇ, ਬਾਪ ਨੇ ਉਹਦੀ ਪੜ੍ਹਾਈ ਵੀ ਕਰਵਾਈ, ਸਭ ਚੀਜ਼ਾਂ ਹੋਈਆਂ। ਇਹਦਾ ਮਤਲਬ ਉਹਨੇ ਲੁਕੋ ਕੇ ਰੱਖਿਆ ਅੰਦਰ। ਅੰਦਰ ਤੇ ਹੀ ਭਾਵ ਹੋਣਾ ਕਿ ਜਲਦੀ ਤੋਂ ਜਲਦੀ ਹੋਏ ਤੇ ਮੇਰਾ ਬਾਪ ਲਾਮੇ ਹੋਇਆ, ਮੈਂ ਗੱਦੀ ਤੇ ਬਵਾਂ। ਦੁਰਤ ਤੇ ਹੀ ਸੀਗਾ, ਪਰ 2 ਮੁਖਾ ਹੋ ਕੇ ਜਿੰਦਾ ਰਿਹਾ, ਜਿਸ ਨੂੰ ਸ਼ਾਇਦ ਕੋਈ ਨਾ ਵਿਖਾ ਪਾਇਆ ਉਸਨੂੰ। ਜਦੋਂ ਉਹਨੂੰ 2 ਮੁਖਾ ਰੂਪ ਵਿਖਾਇਆ, ਉਹ ਵਿਖਾਇਆ ਜ਼ਫਰਨਾਮੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿੱਤ ਦੀ ਚਿੱਠੀ ਨੇ। ਜਦੋਂ ਉਹਦੇ ਜਾ ਕੇ ਉਹਨੇ ਪੜ੍ਹਿਆ ਨਾ ਵੀ ਉਹ ਹੋਏ ਫਕੀਰ ਤੇ ਮੇਰੇ ਅੰਦਰ ਨੂੰ ਜਾਣਦਾ ਸਾਰੇ ਨੂੰ, ਇਹ ਕੀ ਬਣਿਆ? ਉਹ ਜ਼ਫਰਨਾਮਾ ਸੁਣ ਕੇ ਮਰ ਗਿਆ ਅਸਲ ਦੇ ਵਿੱਚ। ਉਸ ਰੂਪ ਵਿੱਚ ਉਹਨੂੰ ਪਤਾ ਲੱਗਾ ਕਿ ਮੇਰੇ ਤੇ ਪਾਸ ਉਗੜ ਗਏ ਸਾਰੇ। ਜਿਵੇਂ ਭਾਈ ਗੁਰਦਾਸ ਜੀ ਇੱਕ ਜਗ੍ਹਾ ਬਿਆਨ ਕਰਦੇ ਨਾ ਵੀ ਅੰਤਰਜਾਮੀ ਸੁਨ ਕੰਪਤ ਹੂੰ ਅੰਤਰਗਤ। ਜਿੱਦਣ ਦਾ ਇਹ ਸੁਣ ਲਿਆ ਨਾ ਵੀ ਰੱਬਾ ਤੂੰ ਤਾਂ ਅੰਦਰ ਪੜ੍ਹ ਲੈਣਾ, ਤੈਨੂੰ ਤਾਂ ਸਭ ਪਤਾ, ਤੇਰੇ ਤੋਂ ਤਾਂ ਲੁਕਾਇਆ ਨਹੀਂ ਜਾ ਸਕਦਾ, ਮੇਰੇ ਅੰਦਰ ਤੇ ਕਾਂਪ ਛਿੜ ਗਈ ਉਸ ਦਿਨ। ਤੇ ਕੀ ਬਣੇਗਾ ਅੰਦਰ ਦੀ ਹਾਲਤ? ਤੇ ਮੈਨੂੰ ਪਤਾ ਵੀ ਕੀ ਹੈ। ਕਹਿੰਦੇ ਸੱਚਾਈ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੋਰ। ਜਿਹੋ ਜੀ ਹਾਲਤ ਹੈ ਮੈਨੂੰ ਤਾਂ ਨਰਕ 'ਚ ਥਾਂ ਨਾ ਮਿਲੇ, ਪਰ ਮਾਲਕ ਤੇਰੇ ਤੋਂ ਤਾਂ ਲੁਕਿਆ ਹੀ ਕੁਛ ਨਹੀਂ ਰਹਿ ਗਿਆ ਹੁਣ। ਜਿਸ ਨੂੰ ਅਸੀਂ ਕਬਿਓ ਬਾਚ ਬੇਨਤੀ ਜਿਸ ਤਰ੍ਹਾਂ ਪੜ੍ਹਦੇ ਹਾਂ ਵੀ ਕੱਟ ਕੱਟ ਕੇ ਪਟ ਪਟ ਕੀ ਜਾਣੈ, ਭਲੇ ਬੁਰੇ ਕੀ ਪੀਰ ਪਛਾਣੈ, ਚੀਂਟੀ ਤੇ ਕੂੰਚਰ ਅਸਥੂਲਾ। ਲੁਕੀ ਕਿਹੜੀ ਚੀਜ਼ ਉਤੋਂ? ਉਹ ਤੋਂ ਛੋਟੀ ਜੀ ਕੀੜੀ ਲੁਕੀ ਹੈ ਕਿ ਵੱਡਾ ਸਾਰਾ ਹਾਥੀ ਲੁਕਿਆ ਆ? ਕੁਛ ਵੀ ਨਹੀਂ ਲੁਕਿਆ। ਸੇ ਰੂਪ ਆ ਉਹ ਸਭੀ ਥਾਵਾਂ ਤੇ ਹੈ, ਉਹ ਹਰ ਥਾਂ ਤੇ ਮੌਜੂਦ ਆ। ਗੁਰੂ ਸਾਹਿਬ ਨੇ ਕਿਹਾ ਸਭਨੀ ਥਾਈਂ ਰਵਿਆ ਆਪ, ਆਦ ਜੁਗਾਦ ਜਾਂ ਕਾ ਵੱਡ ਪ੍ਰਤਾਪ। ਆਦ ਜੁਗਾਦ, ਜਿਵੇਂ ਮਾਡਰਨ ਲਿਟਰੇਚਰ 'ਚ ਜਾਂ ਪੋਸਟ ਮਾਡਰਨ ਲਿਟਰੇਚਰ 'ਚ ਵੀ ਆ ਜਾਈਏ ਗੱਲ ਕਰੀਏ, ਹਾਲਾਂਕਿ ਇੱਕ ਵੱਡੇ ਲੈਵਲ 'ਤੇ ਚੇਂਜਸ ਵੀ ਵੇਖ ਰਹੇ ਹਾਂ ਅਸੀਂ, ਜੇ ਅਸੀਂ ਐਕੈਡੈਮਿਕ ਦੁਨੀਆ ਵਿੱਚ ਦੇਖੀਏ, ਲਿਟਰੇਸੀ ਵਿੱਚ ਦੇਖੀਏ। ਪਰ ਇਹ ਗੱਲ ਹੋਈ, ਲੋਕਾਂ ਨੇ ਕਈ ਵਾਰ ਇਹੋ ਜਿਹੀਆਂ ਗੱਲਾਂ ਲਿਖੀਆਂ ਕੀਤੀਆਂ ਕਿ ਭਾਈ ਜਿਹੜੇ ਧਾਰਮਿਕ ਰਚਨਾਵਾਂ ਸੀਗੀਆਂ ਜਾਂ ਧਾਰਮਿਕ ਫਲਸਫੇ ਸੀਗੇ, ਇਹਨਾਂ ਦਾ ਇੱਕ ਟਾਈਮ ਪੀਰੀਅਡ ਸੀਗਾ, ਉਹ ਟਾਈਮ ਪੀਰੀਅਡ ਹੁਣ ਲੰਘ ਚੁੱਕਾ ਆ। ਕਦੀ ਰੱਬ ਦਾ ਜ਼ਿਕਰ ਹੋਣਾ, ਰੱਬ ਦੇ ਭੈ ਵਿੱਚ ਰਹਿਣਾ, ਇਹ ਬੜਾ ਜ਼ਰੂਰੀ ਸੀ ਮਨੁੱਖਾਂ ਵਾਸਤੇ। ਪਰ ਹੁਣ ਸਮਾਂ ਬਦਲ ਗਿਆ ਆ।
ਹੁਣ ਕੌਣ ਰੱਬ ਤੇ ਕਿਹਦਾ ਰੱਬ, ਛੱਡੋ ਹੁਣ ਧਰਮ ਦੀ ਲੋੜ ਵੀ ਨਹੀਂ ਰਹਿ ਗਈ, ਇਸ ਕਿਸਮ ਦੀ ਗੱਲ ਵੀ ਹੋਈ। ਪਰ ਜਿਵੇਂ ਜਿਵੇਂ ਹੁਣ ਸਮਾਜ ਅੱਗੇ ਵੱਧ ਰਿਹਾ ਤੇ ਪਤਾ ਲੱਗ ਰਿਹਾ ਨਹੀਂ ਨਹੀਂ, ਮਨੁੱਖ ਦੀਆਂ ਬੇਸਿਕ ਜ਼ਰੂਰਤ ਵਿੱਚ ਸਪਿਰਿਚੁਅਲਿਟੀ ਇੱਕ ਬੜੀ ਵੱਡੀ ਜ਼ਰੂਰਤ ਹੈ। ਈਵਨ ਮੈਂ ਤੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਕਾਉਂਸਲਿੰਗ ਜਿਹੜੀ ਕੀਤੀ ਜਾਂਦੀ ਹੈ, ਥੈਰੇਪੀਜ਼ ਦੇ ਵਿੱਚ ਇਤਨਾ ਚੇਂਜਸ ਦੇਖੇ ਨੇ ਵੱਡੇ ਲੈਵਲ 'ਤੇ। ਜੇ ਆਪਾਂ ਥੋੜ੍ਹਾ ਜਿਹਾ ਪੁਰਾਣਾ ਲਿਟਰੇਚਰ ਪੜ੍ਹਦੇ ਹਾਂ, ਉਹਦੇ 'ਚ ਕਿਹਾ ਜਾਂਦਾ ਹੈ ਕਿ ਸਾਈਕੋ, ਸੋਸ਼ੀਓ ਐਂਡ ਫਿਜ਼ੀਓ, ਇਹਦੇ ਉੱਤੇ ਫੋਕਸ ਕਰੋ। ਬੰਦੇ ਦੀ ਫਿਜ਼ੀਕਲ ਹੈਲਥ ਦੇਖੋ, ਫਿਜ਼ੀਕਲ ਸਿਚੁਏਸ਼ਨ ਦੇਖੋ, ਬੰਦੇ ਦੀ ਸੋਸ਼ਲ ਹਾਲਤ ਦੇਖੋ, ਸੋਸ਼ਲ ਉਹਦਾ ਇਨਵਾਇਰਮੈਂਟ ਦੇਖੋ, ਉਹਦਾ ਸਾਈਕੋ ਲੈਵਲ ਦੇਖੋ, ਸਾਈਕੋਲੋਜੀਕਲੀ ਉਸ ਨੂੰ ਅਸੈਸ ਕਰੋ ਸਾਰਾ। ਇਹਨਾਂ ਤਿੰਨਾਂ ਦੇ ਵਿੱਚ ਬੰਦੇ ਦਾ ਹੋਲ ਪਰਸੋਨਾ, ਪੂਰੀ ਸ਼ਖਸੀਅਤ ਉਹਦੀ ਜਿਹੜੀ ਹੈ ਉਹ ਉਸਰਦੀ ਖੜਦੀ ਹੈ। ਇਹ 'ਚ ਕਿਸੇ ਵਿੱਚ ਵੀ ਜਗ੍ਹਾ 'ਤੇ ਕਮੀ ਖਾਮੀ ਹੈ, ਉਹਦੇ ਨਾਲ ਉਹਦੀ ਮੈਂਟਲ ਹੈਲਥ ਜਾਂ ਉਹਦਾ ਬਿਹੇਵੀਅਰ, ਇਹ ਸਭ ਚੀਜ਼ਾਂ ਖਰਾਬ ਹੁੰਦੀਆਂ ਜਾਂ ਠੀਕ ਹੁੰਦੀਆਂ। ਮਗਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਆ ਨੋ not only actually physio, psycho or socio, that is not enough. We also need spiritual. ਅਸੀਂ ਇਹ ਦੇਖੀਏ ਬੰਦਾ ਸਪਿਰਿਟ ਤੇ ਕਿੱਥੇ ਖੜਾ ਹੈ, ਬੰਦੇ ਦਾ ਬਲੀਵ ਸਿਸਟਮ ਕੀ ਹੈ, ਬਲੀਵ ਦੇ ਵਿੱਚ ਕੀ ਹਾਲਤ ਹੈ ਉਹਦੀ। ਜਾਂ ਸਪੋਜ਼ ਇਹਨੂੰ ਸਿੰਪਲ ਕੀਤਾ ਜਾਏ, ਮੇਰੇ ਕੋਲ ਇੱਕ ਕੁਝ ਸਮਾਂ ਪਹਿਲਾਂ ਇੱਕ ਸੱਜਣ ਆਏ ਸੀ ਅਤੇ ਉਹ ਲਿਟਰਲੀ ਤੌਰ 'ਤੇ ਏਥੀਇਸਟ ਆਪਣੇ ਆਪ ਨੂੰ ਕਲੇਮ ਕਰਦੇ ਸੀਗੇ। ਅਤੇ ਇੱਕ ਦੋ ਵਾਰੀ ਬਲਕਿ ਮੇਰੇ ਨਾਲ TV 'ਤੇ ਅਸੀਂ ਇੱਕ ਦੋ ਪ੍ਰੋਗਰਾਮਾਂ 'ਚ ਪਾਰਟੀਸਪੇਟ ਕੀਤਾ ਅਤੇ ਉਹ TV ਦੇ ਉੱਤੇ ਸਪਿਰਿਚੁਅਲ ਸਾਈਡ 'ਤੇ ਗੱਲ ਕਰਦਿਆਂ ਹੋਇਆਂ ਬਿਲਕੁਲ ਓਪੋਜ਼ਿਟ ਉਹਨਾਂ ਨੇ ਪੋਜੀਸ਼ਨ ਲਈ। ਅਤੇ ਉਹਨਾਂ ਨੇ ਕਲੇਮ ਕੀਤਾ ਵੀ ਹੋਸਟ ਨੂੰ ਕਹਿੰਦਾ ਵੀ ਯੂ ਕੈਨ ਕਲੇਮ ਮੀ ਐਜ਼ ਏ ਜਿਹੜਾ ਹੈਗਾ ਜਿਹਨੂੰ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਇੱਕ ਤਰ੍ਹਾਂ ਦਾ ਮੈਂ ਤਰਕਸ਼ੀਲ ਹਾਂ, ਮੈਂ ਜਿਹਨੂੰ ਕਹਿ ਲ ਕਿ ਮੈਂ ਲੌਜਿਕਸ ਦੇ ਉੱਤੇ ਗੱਲ ਕਰਨ ਵਾਲਾ ਬੰਦਾ ਹੈਗਾ, ਮੈਨੂੰ ਇਹ ਕਾਲ ਕੀਤਾ ਜਾਏ। ਸੋ ਰੈਸ਼ਨਲਿਸਟ, ਐਕਚੁਅਲੀ ਦਾ ਐਗਜ਼ੈਕਟ ਵਰਡ ਵਾਜ਼ ਰੈਸ਼ਨਲਿਸਟ, ਆਈ ਐਮ ਰੈਸ਼ਨਲਿਸਟ, ਸੋ ਯੂ ਕੈਨ ਕਾਲ ਮੀ ਰੈਸ਼ਨਲਿਸਟ। ਹਾਲਾਂਕਿ ਮੈਂ ਉਹਨੂੰ ਕਿਹਾ ਵੀ ਹੂ ਇਜ਼ ਨੋਟ ਰੈਸ਼ਨਲਿਸਟ ਹੇਅਰ, ਆਲ ਆਫ ਅਸ ਆਰ ਰੈਸ਼ਨਲਿਸਟ, ਬਟ ਇਟਸ ਡਿਪੈਂਡ ਔਨ ਰੈਸ਼ਨਲ ਸਾਈਡ ਕਿਹੜੀ ਆ ਰਹੀ ਹੈ ਤੁਹਾਡੀ, ਸਰਫਸ ਦੀ ਉਤਲੀ ਹੈ ਕਿ ਡੀਪ ਲੈਵਲ ਦੀ ਹੈ। ਖੈਰ ਇਹਦੇ 'ਤੇ ਬਹਿਸ ਹੋਈ, ਉਹ ਸਭ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਰਹੀਆਂ। ਅਤੇ ਉਹ ਕੁਝ ਸਮਾਂ ਪਹਿਲਾਂ ਮੈਨੂੰ ਇੱਕ ਵਾਰੀ ਮੇਰੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਅਤੇ ਗੱਲਬਾਤ ਦੇ ਦੌਰਾਨ ਉਹ ਕਹਿੰਦਾ ਵੀ ਗੱਲ ਇਹ ਹੈ ਕਿ ਮੈਂ ਬਹੁਤ ਤੰਗ ਹਾਂ, ਮੈਨੂੰ ਤੁਹਾਡੀ ਹੈਲਪ ਦੀ ਲੋੜ ਹੈ। ਮੈਂ ਕਿਹਾ ਦੱਸੋ। ਕਹਿੰਦੇ ਤੰਗ ਇਸ ਤਰ੍ਹਾਂ ਆ ਕਿ ਮਾਨਸਿਕ ਤੌਰ 'ਤੇ ਕੁਛ ਚੀਜ਼ਾਂ ਬੌਦਰ ਕਰ ਰਹੀਆਂ ਨੇ। ਠੀਕ ਹੈ ਜੀ। ਫਿਰ ਖੁਦ ਹੀ ਜਿਵੇਂ ਬੰਦਾ ਆਪਣੇ ਆਪ ਹੀ ਗੱਲ ਕਰਦਾ, ਮੈਂ ਤਾਂ ਗੱਲ ਸੁਣ ਰਿਹਾ ਸੀਗਾ। ਕਹਿੰਦੇ ਵੀ ਗੱਲ ਇਹ ਹੈ ਕਿ ਤੁਹਾਡੇ ਕੋਲ ਤੁਸੀਂ ਬਲੀਵਰਸ ਹੈਗੇ ਹੋ, ਤੁਹਾਡੇ ਕੋਲ ਤਾਂ ਇੱਕ ਵੱਡੀ ਚੀਜ਼ ਹੈ ਕਿ ਜੇ ਕੁਛ ਤੁਹਾਡੇ ਸਮਝ ਤੋਂ ਪਰੇ ਹੋਏ ਜਾਂ ਕੁਝ ਨਾ ਬਣਦਾ ਦਿਸੇ ਜਾਂ ਕੁਛ ਉਸ ਤਰੀਕੇ ਨਾਲ ਹੋਏ, ਤੁਸੀਂ ਤਾਂ ਰੱਬ 'ਤੇ ਛੱਡ ਦਿੰਦੇ ਹੋ। ਕਿਉਂਕਿ ਮੈਂ ਮੰਨਦਾ ਨਹੀਂ ਉਹਨੂੰ, ਅਤੇ ਇਸ ਕਰਕੇ ਮੇਰੀ ਸਮੱਸਿਆ ਇਹ ਬਣ ਗਈ ਹੈ। ਮੇਰਾ ਹਾਸਾ ਵੀ ਨਿਕਲ ਗਿਆ। ਮੈਂ ਕਿਹਾ ਵੀ ਗੱਲ ਇਹ ਹੈ, ਪ੍ਰੋਬਲਮ ਵੀ ਖੁਦ ਦੱਸ ਰਿਹਾ, ਟਰੀਟਮੈਂਟ ਵੀ ਖੁਦ ਦੱਸ ਰਿਹਾ ਵੀ ਕੀਤਾ ਕੀ ਜਾਏ। ਕਹਿੰਦਾ ਨਹੀਂ ਟਰੀਟਮੈਂਟ ਇੱਥੇ ਨਹੀਂ ਹੈਗਾ, ਟਰੀਟਮੈਂਟ ਇਸ ਗੱਲ ਦਾ ਹੈ ਕਿ ਮੈਨੂੰ ਉਸ ਵਿਸ਼ਵਾਸ ਨਾਲ ਵੀ ਕਿਤੇ ਜੋੜੋ। ਹੁਣ ਇਹ ਬੰਦੇ ਦੀ ਬੇਸਿਕ ਨੀਡ ਬਣ ਗਈ ਹੈ। ਬੰਦੇ ਨੂੰ ਅਹਿਸਾਸ ਹੋਏ ਕਿ ਦੇਖੋ ਸੱਚ ਇਹ ਵੀ ਹੈ। ਜੇ ਮੈਂ ਕਹਾਂ ਕਿ ਮੈਂ ਸਾਰਾ ਸ਼ੋਅ ਰਨ ਕਰਦਾ ਹਾਂ, ਸਪੋਜ਼ ਕਰੋ ਆਪਣੇ ਆਪ ਦਾ ਹੀ ਕਹਾਂ, ਇਹ ਤਾਂ ਪੋਸੀਬਲ ਹੀ ਨਹੀਂ ਹੈਗਾ। ਮੈਨੂੰ ਤਾਂ ਖੁਦ ਨਹੀਂ ਪਤਾ ਮੇਰੇ ਅੰਦਰ ਕੀ ਚੱਲ ਰਿਹਾ ਹੈ, ਮੇਰੇ ਅੰਦਰ ਕੀ ਪਨਪ ਰਿਹਾ ਹੈ, ਕੀ ਹੋ ਰਿਹਾ ਹੈ। ਸੋਚਾਂ ਵਿਚਾਰਾਂ ਖਿਆਲਾਂ ਨੂੰ ਲੈ ਲਓ ਜਾਂ ਫਿਜ਼ੀਕਲ ਸਾਈਡ 'ਤੇ ਲੈ ਲਓ, ਮੈਂ ਕਿਹੜੀ ਬਿਮਾਰੀ ਕੈਰੀ ਕਰੀ ਫਿਰਦਾ, ਕਿਹੋ ਜਿਹੇ ਹਾਲਾਤ, ਮੈਨੂੰ ਤਾਂ ਆਪਣੇ ਆਪ ਬਾਰੇ ਕੁਛ ਨਹੀਂ ਖਬਰ। ਸੋ ਇਹ ਚੀਜ਼ ਬੰਦਾ ਜੇ ਅਹਿਸਾਸ ਕਰੇ ਤਾਂ ਪਤਾ ਹੈ ਕਿ ਕਰਤਾਰ ਕਰਨ ਕਰਾਉਣ ਵਾਲਾ ਆ, ਉਹੀ ਮੌਜੂਦ ਆ, ਉਹਦਾ ਹੀ ਸਭ ਪ੍ਰਤਾਪ ਆ। ਬਾਣੀ ਇਹ ਕਹਿ ਰਹੀ ਹੈ ਜਦੋਂ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਦੀ ਸਤ੍ਹਾ 'ਤੇ, ਇਸ ਵਿਸ਼ਵਾਸ ਦੇ ਲੈਵਲ 'ਤੇ ਸਮਝ ਜਾਂਦਾ, ਉਹਦਾ ਜੀਵਨ ਪਵਿੱਤਰ ਹੁੰਦਾ, ਉਹਦਾ ਹਿਰਦਾ ਪਵਿੱਤਰ ਹੁੰਦਾ, ਅਤੇ ਉਹਦੇ ਵਿੱਚੋਂ ਆਦ ਜੁਗਾਦ ਜਾਂਕਾ ਵੱਡ ਪ੍ਰਤਾਪ। ਫਿਰ ਉਹਦੇ 'ਚ ਚੀਜ਼ਾਂ ਚਲੀਆਂ ਜਾਂਦੀਆਂ, ਕਦੀ ਰੱਬ ਸੀ, ਕਦੀ ਹੈ ਸੀ, ਕਦੀ ਹੋਏਗਾ, ਜਾਂ ਇਹ ਪੁਰਾਣੇ ਸਮੇਂ ਦੀ ਗੱਲ ਹੈ, ਨਵੇਂ ਸਮੇਂ ਦੀ ਗੱਲ ਹੈ। ਉਹਨੂੰ ਉਹਦਾ ਪ੍ਰਤਾਪ ਹਰ ਸਮੇਂ ਇੱਕੋ ਜਿਹਾ ਲੱਗਦਾ। ਹੁਣ ਲੱਗਦਾ ਕੱਲ੍ਹ ਵੀ ਸੀ, ਅੱਜ ਵੀ ਸੀ। ਆਦ ਜੁਗਾਦ ਦਾ ਮਤਲਬ ਹੀ ਇਹ ਬਣਦਾ ਹੈਗਾ, ਗੁਰ ਪ੍ਰਸਾਦ ਨਾ ਹੋਏ ਸੰਤਾਪ। ਅਤੇ ਸੰਤਾਪ ਆਤਮਕ ਦੁੱਖ ਹੈ।
ਮਤਲਬ ਜਿਵੇਂ ਕਹਿ ਲਓ ਕਿ ਬੰਦੇ ਨੂੰ ਇਹ ਸੰਤਾਪ ਜਿਹੜੀ ਚੀਜ਼ ਹੁੰਦੀ ਏ, ਸਪਿਰਿਟ ਦੇ ਲੈਵਲ ਤੇ ਤਾਂ ਬੰਦਾ ਕਰਪਟ ਹੋ ਜਾਏ, ਜਦੋਂ ਲੋਅਰ ਲੈਵਲ ਤੇ ਆ ਜਾਏ, ਫਿਰ ਭਾਵੇਂ ਜਿੰਨੀਆਂ ਮਰਜ਼ੀ ਚੰਗੀਆਂ ਕਿਤਾਬਾਂ ਪੜ੍ਹ ਲੇ, ਜਿੰਨੇ ਮਰਜ਼ੀ ਆਲੇ ਦੁਆਲੇ ਚੰਗੇ ਸੱਜਣ ਮਿੱਤਰ ਹੋਣ, ਬੰਦਾ ਡਿੱਗੀ ਜਾਏਗਾ। ਸੰਤਾਪ ਇਹ ਹੈ, ਇਹੀ ਸੰਤਾਪ ਭੋਗਣਾ। ਸਾਹਿਬ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਸ ਤੋਂ ਬਾਹਰ ਆ ਸਕਦਾ। ਗੁਰ ਪ੍ਰਸਾਦ ਨਾ ਹੋਏ ਸੰਤਾਪ, ਗੁਰ ਕੇ ਚਰਨ ਲੱਗੇ ਮਨ ਮੀਠੇ। ਫਿਰ ਗੁਰੂ ਦੇ ਚਰਨ ਆਓ, ਗੁਰੂ ਦਾ ਉਪਦੇਸ਼ ਮਨ ਵਿੱਚ ਮਿੱਠਾ ਲੱਗਦਾ। ਨਿਰਵਿਘਨ ਹੋਏ ਸਭ ਥਾਈਂ ਉੱਠੇ। ਫਿਰ ਜੈਸੇ ਮਰਜ਼ੀ ਸਟੇਟ ਆਫ ਮਾਈਂਡ ਹੋਏ ਜਾਂ ਜੈਸੇ ਮਰਜ਼ੀ ਆਲੇ ਦੁਆਲੇ ਦੇ ਵਿੱਚ ਹਾਲਾਤ ਸਿਚੁਏਸ਼ਨਸ ਮਿਲ, ਉੱਥੇ ਜਾ ਕੇ ਰੱਬ ਅਕਾਲ ਪੁਰਖ ਵਾਹਿਗੁਰੂ ਸਹਾਈ ਦਿਸੇਗਾ, ਅੰਗ ਸੰਗ ਦਿਸੇਗਾ। ਸਭ ਸੁਖ ਪਾਏ ਸਤਿਗੁਰ ਤੁੱਠੇ। ਤੇ ਇੰਝ ਲੱਗੇਗਾ ਮੈਨੂੰ ਸਤਿਗੁਰੂ ਨੇ ਆਪਣੇ ਚਰਨਾਂ ਨਾਲ ਜੋੜ ਲਿਆ, ਉਹ ਟੁੱਟ ਪਿਆ ਮੇਰੇ ਤੇ। ਬਿਲਕੁਲ ਅੰਤਲਾ ਪਤਾ ਲੈ ਲਈਏ, ਪਾਰ ਬ੍ਰਹਮ ਪ੍ਰਭ ਭਏ ਰਖਵਾਲੇ। ਉਹ ਪਰਿਪੂਰਨ ਆਪ ਰਖਵਾਲਾ ਹੋ ਗਿਆ, ਉਹਨੇ ਆਪ ਮੇਰੀ ਜਿਹੜੀ ਬਾਂਹ ਫੜ ਲਈ। ਜਿੱਥੇ ਕਿੱਥੇ ਦਿਸੈ ਨਾਲ ਹੈ। ਹੁਣ ਇੰਝ ਲੱਗ ਰਿਹਾ ਉਹੀ ਤੇ ਹੈ, ਹੋਰ ਹੈ ਕੌਣ ਹੈ? ਹਰ ਸਭ ਥਾਂ ਤੇ ਉਹੀ ਤੇ ਮੌਜੂਦ ਹੈ। ਨਾਨਕ ਦਾਸ ਖਸਮ ਪ੍ਰਤਪਾਲੇ। ਇਹ ਨਾਨਕ ਕਹਿ ਮੈਨੂੰ ਕੋਈ ਹੋਰ ਪ੍ਰਤਪਾਲਣ ਵਾਲਾ ਨਹੀਂਗਾ, ਮੇਰਾ ਖਸਮ ਹੈ, ਮੇਰਾ ਸਾਈਂ ਹੈ, ਉਹੀ ਪ੍ਰਤਪਾਲਨਾ ਕਰ ਰਿਹਾ। ਸਾਹਿਬ ਰਹਿਮਤ ਕਰਨ ਇਹਨਾਂ ਆਲਮੀ ਵਾਕਿਆਂ ਚੋਂ ਅਸੀਂ ਗੁਰਮਤਿ ਦੀ ਪ੍ਰੇਰਣਾ ਲਈਏ, ਗੁਰਮਤਿ ਗਾੜੀ ਰਾਹ ਤੇ ਧਾਰਨੀ ਹੋਈਏ। ਇੰਨੀਆਂ ਬਿਨਤੀਆਂ ਨਾਲ ਹੀ ਇੱਥੇ ਸਮਾਪਤੀ ਕਰ ਰਹੇ ਹਾਂ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦੇ ਹੋਏ ਸਮਾਪਨ ਕਰੀਏ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।